12 ਮਾਹਾਂ ਦੀ ਪਾਵਨ ਬਾਣੀ ਅੰਦਰ 14 ਸ਼ਬਦ ਉਚਾਰਨ ਕੀਤੇ ਹਨ। ਅਰੰਭਤਾ ਦੇ ਵਿੱਚ ਗੁਰਦੇਵ ਪਾਤਸ਼ਾਹ ਜੀ ਨੇ ਮੰਗਲ ਰੂਪ ਵਿੱਚ ਪਹਿਲਾ ਸ਼ਬਦ ਉਚਾਰਨ ਕੀਤਾ ਹੈ, ਜਿਸ ਵਿੱਚ ਜੀਵ ਦੇ ਵਿਛੋੜੇ ਦੀ ਗੱਲ ਕੀਤੀ ਗਈ ਹੈ। ਫਿਰ ਅੱਗੇ ਚੇਤਰ ਦਾ ਮਹੀਨਾ, ਇੱਥੋਂ ਫਿਰ ਮਿਲਾਪ ਦੀ ਗੱਲ ਆਰੰਭ ਹੁੰਦੀ ਹੈ ਕਿ ਪਰਮਾਤਮਾ ਨਾਲ ਮਿਲਾਪ ਕਿਵੇਂ ਕੀਤਾ ਜਾ ਸਕੇ। ਸੋ ਸਭ ਤੋਂ ਪਹਿਲਾਂ ਆਪਾਂ ਆਰੰਭ ਦੇ ਮੰਗਲ ਦੇ ਇਸ ਪਾਵਨ ਸ਼ਬਦ ਦੀ ਵਿਚਾਰ ਕਰਾਂਗੇ। ਉਸ ਤੋਂ ਬਾਅਦ ਫਿਰ ਚੇਤਰ ਦੇ ਮਹੀਨੇ ਵਿੱਚ ਸਤਿਗੁਰ ਪਾਤਸ਼ਾਹ ਜੀ ਨੇ ਕੀ ਰਹਿਮਤ ਬਖਸ਼ਿਸ਼ ਕੀਤੀ ਹੈ, ਉਹਦੀ ਵਿਚਾਰ ਕਰਾਂਗੇ। ਸਤਿਗੁਰ ਪਾਤਸ਼ਾਹ ਜੀ ਦੀ ਇਹ ਪਾਵਨ ਬਾਣੀ 12 ਮਾਹਾਂ ਸਿਰਲੇਖ ਹੇਠ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਅੰਗ 133 ਤੋਂ ਪ੍ਰਾਰੰਭ ਹੁੰਦੀ ਹੈ। 12 ਮਾਹਾਂ ਬਾਣੀ ਦਾ ਨਾਮ ਹੈ ਮਾਝ ਮਹਿਲਾ ਪੰਜਵਾਂ। ਰਾਗ ਦਾ ਨਾਮ ਹੈ ਮਾਝ। ਗੁਰੂ ਗ੍ਰੰਥ ਸਾਹਿਬ ਵਿੱਚ ਇਹ ਦੂਸਰਾ ਰਾਗ ਹੈ। ਪਹਿਲਾ ਰਾਗ ਸ਼੍ਰੀ ਰਾਗ ਹੈ, ਦੂਸਰਾ ਰਾਗ ਹੈ ਮਾਝ ਰਾਗ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ 31 ਰਾਗ ਹਨ। ਸਭ ਤੋਂ ਅਖੀਰ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਜੈਜਾਵੰਤੀ ਰਾਗ ਹੈ। ਤਾਂ ਇਹ ਦੂਸਰਾ ਪਾਵਨ ਰਾਗ ਹੈ। ਮਹਿਲਾ ਪੰਜਵਾਂ, ਪੰਜਵੇਂ ਮਹਿਲ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹੀ ਸ਼ਹੀਦਾਂ ਦੇ ਸਰਤਾਜ ਤਿਨਾਂ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੀ ਹੋਈ ਇਹ ਬਾਣੀ ਹੈ। ਘਰ ਚੌਥਾ, ਚੌਥੇ ਘਰ ਵਿੱਚ ਗਾਉਣ ਦੀ ਹਦਾਇਤ ਰਾਗੀ ਸਿੰਘਾਂ ਨੂੰ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ ਪਰਮਾਤਮਾ ਜੋ ਇੱਕ ਹੈ, ਪਰਿਪੂਰਨ ਹੈ, ਸਰਵ ਵਿਆਪਕ ਹੈ, ਇੱਕ ਰਸ ਹਰ ਥਾਂ ਤੇ ਮੌਜੂਦ ਹੈ। ਸਤਿਗੁਰ ਪ੍ਰਸਾਦ, ਸਤਿਗੁਰ ਦੀ ਕਿਰਪਾ ਨਾਲ ਉਹਦਾ ਮਿਲਾਪ ਹੁੰਦਾ ਹੈ। ਕਿਰਤ ਕਰਮ ਕੇ ਵਿਛੁੜੇ ਕਰ ਕਿਰਪਾ ਮੇਲੋ ਰਾਮ। ਕਿਰਤ ਕਰਮ ਕੇ ਵਿਛੁੜੇ, ਆਪਣੇ ਕੀਤੇ ਹੋਏ ਕੰਮਾਂ ਦੇ ਕਾਰਨ ਅਸੀਂ ਰੱਬ ਤੋਂ ਵਿਛੜ ਗਏ ਹਾਂ। ਗੁਰਦੇਵ ਆਖਦੇ ਹਨ ਵਿਛੋੜਾ ਕੀ ਹੈ? ਦੁੱਖ ਹੈ। ਸਭ ਤੋਂ ਵੱਡਾ ਦੁੱਖ ਦੁਨੀਆ ਵਿੱਚ ਵਿਛੋੜੇ ਦਾ ਹੈ। ਵਿਛੋੜੇ ਦਾ ਨਾਮ ਸੁਣਦਿਆਂ ਹੀ ਬੰਦੇ ਦੇ ਅੰਦਰ ਦੁੱਖ ਪੈਦਾ ਹੋ ਜਾਂਦਾ ਹੈ। ਵਿਛੋੜਾ ਸੁਣੇ ਦੁੱਖ, ਬਿਨ ਦੇਖੇ ਮਰਿਓਂਦ। ਵਿਛੋੜੇ ਦਾ ਨਾਮ ਸੁਣਦਿਆਂ ਹੀ ਦੁੱਖ ਪੈਦਾ ਹੋ ਗਿਆ। ਜਿੰਨਾ ਚਿਰ ਆਪਣੇ ਪਿਆਰੇ ਨੂੰ ਵੇਖਦਾ ਨਹੀਂ, ਉਹਨਾਂ ਚਿਰ ਬੰਦੇ ਦਾ ਮਰਨ ਹੋ ਜਾਂਦਾ ਹੈ। ਵਿਛੋੜਾ ਦੁੱਖ ਦਾ ਕਾਰਨ ਹੈ, ਮਿਲਾਪ ਸੁੱਖ ਦਾ ਕਾਰਨ ਹੈ। ਤੇ ਵਿਛੜੇ ਕਹਿੰਦੇ ਤੋਂ ਹਾਂ ਪਰਮਾਤਮਾ ਤੋਂ, ਅਕਾਲ ਪੁਰਖ ਤੋਂ ਵਿਛੜ ਕੇ ਬੰਦਾ ਵੱਖ ਵੱਖ ਜੁਨੀਆਂ ਭੋਗਦਾ ਹੈ। ਸਾਹਿਬ ਨੇ ਬਾਣੀ ਵਿੱਚ ਜ਼ਿਕਰ ਕੀਤਾ, ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗੱਜ ਮੀਨ ਉਕਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ। ਪਰ ਮਹਾਰਾਜ ਆਖਦੇ ਨੇ ਚਿਰੰਕਾਲ ਇਹ ਦੇਹ ਸੰਜਰੀਆ, ਬੜੇ ਹੀ ਚਿਰਾਂ ਤੋਂ ਬਾਅਦ ਤੈਨੂੰ ਇਹ ਮਨੁੱਖਾ ਜਨਮ ਮਿਲਿਆ ਹੈ। ਮਿਲਿਆ ਕਾਹਦੇ ਵਾਸਤੇ? ਮਿਲਾਪ ਵਾਸਤੇ। ਭਾਈ ਪ੍ਰਾਪਤ ਮਾਨਕ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਤੇ ਮਿਲਾਪ ਵਾਸਤੇ ਕਰਨਾ ਕੀ? ਅਵਰ ਕਾਜ ਤੇਰੇ ਕਿਤੇ ਨਾ ਕਾਮ। ਅਵਰ ਕਾਜ, ਅਵਰ ਕਾਜ ਕਿਹੜੇ ਨੇ? ਇਥੋਂ ਇਹ ਮਤਲਬ ਨਹੀਂ ਲੈਣਾ ਵੀ ਕੋਈ ਵੀ ਕੰਮ। ਅਗਰ ਜੇ ਕੋਈ ਵੀ ਕੰਮ ਪਾਤਸ਼ਾਹ ਜੀ ਇੱਥੇ ਕਹਿ ਦੇਣ ਵੀ ਕੋਈ ਵੀ ਕੰਮ ਤੇਰੇ ਨਾਲ ਨਹੀਂ, ਤੇ ਫਿਰ ਤੇ ਬੰਦਾ ਕੰਮ ਹੀ ਨਹੀਂ ਕਰੇਗਾ। ਅਵਰ ਕਾਜ, ਹੋਰ ਜਿਹੜੇ ਕੰਮ ਹਨ, ਕਿਹੜੇ ਕੰਮ ਹਨ? ਜਿਹੜੇ ਧਰਮ ਦੇ ਨਾਂ 'ਤੇ ਤੂੰ ਕਰਦਾ ਹੈ, ਜਿਨ੍ਹਾਂ ਨੂੰ ਆਪਾਂ ਕਰਮ ਕਾਂਡ ਕਹਿੰਦੇ ਹਾਂ। ਵੀ ਧਰਮ ਦੇ ਨਾਂ 'ਤੇ ਕਰਮ ਜ਼ਰੂਰ ਕਰਦਾ ਹੈ, ਪਰ ਧਰਮ ਕਮਾ ਨਹੀਂ ਰਿਹਾ ਹੁੰਦਾ। ਵੀ ਪਾਠ ਤਾਂ ਕਰਦਾ ਹੈ, ਪਰ ਪਾਠ ਵਿੱਚ ਗੁਰੂ ਪਾਤਸ਼ਾਹ ਕੀ ਕਹਿ ਰਹੇ ਨੇ ਉਹਨੂੰ ਨਹੀਂ ਜੀ ਰਿਹਾ। ਕੀਰਤਨ ਸੁਣਦਾ, ਪਰ ਕੀਰਤਨ ਵਿੱਚ ਕੀ ਦੱਸਿਆ ਗਿਆ ਉਹਨੂੰ ਨਹੀਂ ਜੀ ਰਿਹਾ। ਕਥਾ ਕਰਦਾ, ਕਥਾ ਵਿੱਚ ਕੀ ਭਾਵ ਹੈ ਉਹਨੂੰ ਸਮਝ ਕੇ ਨਹੀਂ ਜਿਉਂਦਾ। ਇਸੇ ਤਰ੍ਹਾਂ ਹੀ ਕਥਾ ਕੋ ਸੁਣਦਾ, ਪਰ ਸੁਣ ਰਿਹਾ, ਸੁਣਨਾ ਇੱਕ ਕਰਮ ਹੈ, ਪਰ ਸੁਣੇ ਹੋਏ ਨੂੰ ਕਮਾ ਨਹੀਂ ਰਿਹਾ। ਕੀਰਤਨ ਸੁਣਨਾ ਇੱਕ ਕਰਮ ਹੈ, ਪਰ ਸੁਣੇ ਹੋਏ ਨੂੰ ਜੀਵਨ ਵਿੱਚ ਲਾਗੂ ਨਹੀਂ ਕਰ ਰਿਹਾ।
ਪਾਠ ਸੁਣਨਾ ਇੱਕ ਕਰਮ ਹੈ, ਪਰ ਸੁਣ ਕੇ ਉਹਨੂੰ ਕਮਾ ਨਹੀਂ ਰਿਹਾ, ਬਲਕਿ ਸਿਰਫ ਸੁਣ ਕੇ ਤੇ ਚਲਾ ਜਾਂਦਾ ਹੈ। ਤਾਂ ਕਰਮ ਤਾਂ ਕਰ ਰਿਹਾ ਧਰਮ ਦੇ, ਪਰ ਧਰਮ ਕਮਾ ਨਹੀਂ ਰਿਹਾ। ਉਹਨੂੰ ਮਨ ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਕੋਈ ਦੇਵੀ ਦੇਵਤਿਆਂ ਦੀ ਪੂਜਾ ਕਰ ਰਿਹਾ, ਕੋਈ ਵਨਸਪਤੀ ਨੂੰ ਪੂਜ ਰਿਹਾ, ਧਰਤੀ ਆਕਾਸ਼ ਨੂੰ ਪੂਜ ਰਿਹਾ। ਕਿੰਨੇ ਪ੍ਰਕਾਰ ਦੇ ਬੰਦਾ ਇਸ ਧਰਮ ਦੇ ਕਰਮ ਦੁਨੀਆ ਵਿੱਚ ਕਰਦਾ ਏ, ਪਰ ਮਹਾਰਾਜ ਆਖਦੇ ਨੇ ਅਸਲ ਵਿੱਚ ਬੰਦਾ ਸੱਚ ਤੋਂ ਬਹੁਤ ਦੂਰ ਹੋ ਕੇ ਸਿਰਫ ਧਰਮ ਦੇ ਕਰਮ ਕਰਦਾ ਹੈ। ਤਾਂ ਮੇਰੇ ਪਾਤਸ਼ਾਹ ਜੀ ਆਖਦੇ ਨੇ ਪਹਿਲੀ ਗੱਲ ਇਹ ਵੀ ਤੈਨੂੰ ਜੀਵਨ ਮਿਲਿਆ ਹੈ ਪਰਮਾਤਮਾ ਦੀ ਪ੍ਰਾਪਤੀ ਵਾਸਤੇ, ਤੇ ਤੂੰ ਉਸ ਪਰਮਾਤਮਾ ਤੋਂ ਵਿਛੜ ਗਿਆ ਹੈ। ਵਿਛੜਨ ਦਾ ਕਾਰਨ ਕੀ ਸੀ? ਰੱਬ ਨੇ ਤੇ ਸਾਨੂੰ ਨਹੀਂ ਵਿਛੋੜਿਆ। ਇੱਕ ਬਾਪ ਆਪਣੇ ਪੁੱਤਰ ਨਾਲ ਪਿਆਰ ਕਰਦਾ ਹੈ, ਧੀ ਨਾਲ ਪਿਆਰ ਕਰਦਾ ਹੈ, ਸਨੇਹ ਕਰਦਾ ਹੈ। ਉਹ ਕਦੇ ਨਹੀਂ ਚਾਹੁੰਦਾ ਵੀ ਇਹ ਮੇਰੇ ਤੋਂ ਵਿਛੜਨ। ਫਿਰ ਵਿਛੋੜੇ ਦਾ ਕਾਰਨ ਮਹਾਰਾਜਾ ਨੇ ਵਿਛੋੜੇ ਦਾ ਕਾਰਨ ਕਿ ਬੰਦਾ ਕੰਮ ਉਹ ਕਰਨ ਲੱਗ ਗਿਆ ਜਿਹੜੇ ਪਿਤਾ ਨੂੰ ਭਾਉਂਦੇ ਨਹੀਂ ਸਨ, ਜਿਹੜੇ ਬਾਪੂ ਨੂੰ ਕੰਮ ਚੰਗੇ ਨਹੀਂ ਸਨ ਲੱਗਦੇ, ਆਪਾਂ ਉਹ ਕੰਮ ਕਰਨੇ ਸ਼ੁਰੂ ਕਰ ਦਿੱਤੇ। ਔਲਾਦ ਅਗਰ ਮਾੜੇ ਕੰਮ ਕਰਨੇ ਸ਼ੁਰੂ ਕਰ ਦੇਵੇ, ਆਪਣੀਆਂ ਮਨਮਾਨੀਆਂ ਕਰਨੀਆਂ ਸ਼ੁਰੂ ਕਰ ਦੇਵੇ, ਤਾਂ ਫਿਰ ਮਾਂ ਬਾਪ ਜਿਹੜੇ ਹਨ ਕੁਝ ਸਮਾਂ ਤੇ ਸਮਝਾਉਂਦੇ ਹਨ, ਸੁਚੇਤ ਕਰਦੇ ਹਨ, ਪਰ ਜੇ ਔਲਾਦ ਮੰਨੇ ਨਾ, ਅਗਰ ਉਹ ਆਪਣੇ ਮਾਂ ਬਾਪ ਦੀ ਗੱਲ ਦੇ ਉੱਤੇ ਪਹਿਰਾ ਨਾ ਦੇਵੇ, ਤਾਂ ਮਾਂ ਬਾਪ ਫਿਰ ਬਹੁਤਾ ਸਮਾਂ ਉਹ ਫਿਰ ਬਰਦਾਸ਼ਤ ਨਹੀਂ ਕਰਦੇ। ਕਈ ਵਾਰੀ ਬਾਪ ਉਂਗਲ ਫੜ ਕੇ ਫਿਰ ਘਰ ਤੋਂ ਬਾਹਰ ਵੀ ਕਰ ਦਿੰਦਾ। ਹਾਲਾਂਕਿ ਉਹਦੇ ਅੰਦਰ ਭਾਵਨਾ ਇਹ ਨਹੀਂ ਹੁੰਦੀ, ਉਹਦੇ ਭਾਵਨਾ ਅੰਦਰ ਇਹ ਹੁੰਦੀ ਵੀ ਕਿਸੇ ਤਰੀਕੇ ਨਾਲ ਇਹਦਾ ਸੁਧਾਰ ਹੋ ਜਾਵੇ। ਉਹਦਾ ਮਕਸਦ ਇਹੀ ਹੈ। ਪਰ ਬੱਚਾ ਅਗਰ ਸੁਧਰੇ ਹੀ ਨਾ, ਮਾੜੇ ਕੰਮ ਹੀ ਕਰੀ ਜਾਏ। ਗੁਰਬਾਣੀ ਵਿੱਚ ਦੋ ਗੱਲਾਂ ਬੜੀਆਂ ਪ੍ਰਤੱਖ ਲਿਖੀਆਂ ਗਈਆਂ। ਇੱਕ ਗੱਲ ਮਹਾਰਾਜ ਨੇ ਆਖਿਆ, ਕਈ ਵਾਰੀ ਬੰਦਾ ਗਲਤੀਆਂ ਕਰਦਾ ਸਹਿਜ ਸੁਭਾਅ ਵਿੱਚ, ਪਤਾ ਨਹੀਂ ਹੁੰਦਾ, ਗਿਆਨ ਨਹੀਂ ਹੁੰਦਾ, ਬੰਦਾ ਕਰ ਲੈਂਦਾ। ਅਕਸਰ ਆਪਾਂ ਬੱਚਿਆਂ ਨੂੰ ਇਸ ਕਰਕੇ ਬਖਸ਼ ਦਿੰਦੇ ਹਾਂ ਕਿਉਂਕਿ ਉਹਨਾਂ ਨੂੰ ਗਿਆਨ ਨਹੀਂ ਹੁੰਦਾ, ਸਮਝ ਨਹੀਂ ਹੁੰਦੀ, ਤੇ ਆਪਾਂ ਵੇਖ ਕੇ ਅੰਡਿਠ ਕਰ ਦਿੰਦੇ ਹਾਂ ਵੀ ਕੋਈ ਗੱਲ ਨਹੀਂ, ਬੱਚੇ ਸਨ, ਗਲਤੀ ਹੋ ਜਾਂਦੀ ਹੈ, ਉੱਥੇ ਬਖਸ਼ਿਆ ਜਾਂਦਾ ਹੈ। ਜੈਸੇ ਬਾਲਕ ਭਾਏ ਸੁਭਾਈ, ਲੱਖ ਅਪਰਾਧ ਕਮਾਵੇ। ਮਰ ਜਾਂਦੇ ਜਿਵੇਂ ਕੋ ਬੱਚਾ ਸਹਿਜ ਸੁਭਾਅ ਗਲਤ, ਬੱਚੇ ਨੂੰ ਪਤਾ ਨਹੀਂ ਵੀ ਅੱਗ ਵਿੱਚ ਹੱਥ ਪਾਉਣਾ ਕਿ ਨਹੀਂ, ਗਿਆਨ ਨਹੀਂ ਹੈ। ਕਿਸੇ ਜੀਵ ਨੂੰ ਹੱਥ ਪਾਉਣਾ ਕਿ ਨਹੀਂ, ਕਈ ਵਾਰੀ ਬੱਚਾ ਸੱਪ ਨਾਲ ਖੇਡਣ ਲੱਗ ਪੈਂਦਾ, ਨਹੀਂ ਗਿਆਨ। ਜਾਨਵਰਾਂ ਨਾਲ, ਪਸ਼ੂਆਂ ਨਾਲ ਬੱਚੇ ਨੂੰ ਇੰਨਾ ਗਿਆਨ ਨਹੀਂ, ਖੇਡਣ ਲੱਗ ਪੈਂਦਾ, ਅੱਗ ਨਾਲ ਖੇਡੇਗਾ, ਪਾਣੀ ਨਾਲ ਖੇਡੇਗਾ, ਨਹੀਂ ਗਿਆਨ ਹੈ। ਮਹਾਰਾਜ ਆਖਦੇ ਨੇ ਜੇ ਸਹਿਜ ਸੁਭਾਅ ਗਲਤੀ ਕੀਤੀ ਜਾਵੇ, ਕਈ ਵਾਰੀ ਮਾਂ ਬਾਪ ਝਿੜਕ ਕੇ ਉਹਨੂੰ ਸੀਨੇ ਨਾਲ ਲਾ ਲੈਂਦੇ ਨੇ, ਕੋਈ ਗੱਲ ਨਹੀਂ, ਆਪਣਾ ਬੱਚਾ ਹੈ, ਗਿਆਨ ਨਹੀਂ ਸੀ, ਸਮਝ ਨਹੀਂ ਸੀ, ਗਲਤੀ ਹੋ ਗਈ ਹੈ, ਬਖਸ਼ਿਆ ਜਾਂਦਾ ਹੈ। ਕਰ ਉਪਦੇਸ਼ ਝਿੜਕੇ ਬਹੁ ਭਾਂਤੀ, ਬੌੜ ਪਿਤਾ ਗਲ ਲਾਵੇ, ਪਿਛਲੇ ਔਗਣ ਬਖਸ਼ ਲੈ ਪ੍ਰਭ ਆਗੇ ਮਾਰਗ ਪਾਵੇ। ਕਹਿੰਦਾ ਕੋਈ ਗੱਲ ਨਹੀਂ, ਪਿਛਲੀਆਂ ਭੁੱਲਾਂ ਤੇਰੀਆਂ ਬਖਸ਼ੀਆਂ, ਅੱਗੇ ਤੋਂ ਧਿਆਨ ਰੱਖੀ। ਪਰ ਕਈ ਐਸੇ ਵੀ ਜੀਵ ਨੇ ਜਿਨ੍ਹਾਂ ਨੂੰ ਪਤਾ ਸਭ ਕੁਛ ਹੈ, ਪਰ ਪਤਾ ਹੁੰਦਿਆਂ ਵੀ ਉਹ ਗਲਤੀਆਂ ਕਰਦੇ ਨੇ। ਫਿਰ ਉਹ ਗਲਤੀ ਨਹੀਂ ਅਖਵਾਉਂਦੀ, ਉਹ ਭੁੱਲ ਨਹੀਂ ਅਖਵਾਉਂਦੀ, ਉਹ ਜਾਣ ਬੁੱਝ ਕੇ ਕੀਤੀ ਗਈ ਗਲਤੀ ਹੈ, ਜਾਣ ਬੁੱਝ ਕੇ ਕੀਤੀ ਗਈ ਕੁਤਾਹੀ ਹੈ, ਉਹ ਗੁਨਾਹ ਹੈ ਜਿਹੜਾ ਜਾਣ ਬੁੱਝ ਕੇ ਕੀਤਾ ਜਾਵੇ। ਇੱਕ ਤੇ ਗਿਆਨ ਨਹੀਂ ਤੇ ਸਹਿਜ ਸੁਭਾਅ ਗਲਤੀ ਹੋ ਗਈ। ਕਈ ਵਾਰੀ ਜੱਜ ਵੀ ਬਖਸ਼ ਦਿੰਦਾ ਹੈ, ਕੋਰਟ ਦੇ ਵਿੱਚ ਉਹ ਕਹਿੰਦਾ ਵੀ ਨਹੀਂ, ਸਹਿਜ ਸੁਭਾਅ ਹੀ ਇਹਦੇ ਕੋਲੋਂ ਇਹ ਗਲਤੀ ਹੋ ਗਈ, ਇਹਨੂੰ ਛੱਡ ਦਿਓ। ਪਰ ਇੱਕ ਵਿਅਕਤੀ ਜਿਹੜਾ ਜਾਣ ਬੁੱਝ ਕੇ ਕਰਦਾ ਹੈ, ਉਹ ਨਹੀਂ ਜੇ ਬਖਸ਼ਿਆ ਜਾਂਦਾ। ਬਾਬਾ ਕਬੀਰ ਸਾਹਿਬ ਆਖਦੇ ਨੇ, ਕਬੀਰ ਮਨ ਜਾਣੈ ਸਭ ਬਾਤ, ਜਾਣਤ ਹੀ ਔਗਣ ਕਰੈ। ਬਾਬਾ ਕਬੀਰ ਸਾਹਿਬ ਆਖਦੇ ਨੇ ਇਹ ਬੰਦੇ ਦਾ ਮਨ ਜਾਣਦਾ ਸੀ। ਹੁਣ ਇੱਕ ਗੱਲ ਮੈਂ ਅਕਸਰ ਕਹਿਣਾ ਹੁੰਦਾ, ਕੋਈ ਬੰਦਾ ਆਖੇ ਵੀ ਮੈਨੂੰ ਨਹੀਂ ਸੀ ਪਤਾ ਤੇ ਮੇਰੇ ਕੋਲ ਭੁੱਲ ਹੋ ਗਈ ਹੈ,
पर जे सिख बाणी पढ़दा होया भी ये आखे भी मैनू नहीं सी पता, तो बड़ा वड्डा गुनाहगार जे, बख्शिया नहीं जे जाएगा, नहीं बख्शिया जाएगा। जे हत्थां विच बाणी दे गुटके सह पढ़ के फड़ के तो फिर भी तू गलतियां कर रहे हैं, जीवन दे विच जपजी साहिब पढ़दा होया भी गुनाह कर रहे हैं, सुखमनी साहिब दा पाठ करदिया पाप कर रहे हैं, तो फिर समझ लई तू बख्शिया नहीं जावेगा। क्यों? क्योंकि जिन्हों नहीं सी ज्ञान तो बख्शिया जा सकता, तेनू तो पता सी ना, तेनू तो पता सी। मन जाने सब बात जानत ही औगण करे, काहे की कुशलात हाथ दीप कुएं परै। बाबा कबीर साहब ने खुशी का दी, हथ विच दीवा फड़ के खूह विच छाल मारना कोई सियाणप वाली गल है? हथ विच दीवा किहड़ा है? ज्ञान दा, गुरबाणी दा। जे तू धार्मिक ग्रंथां दे हथ विच दीवे फड़े हुए ने ते तां भी वहमां भरमां विच पिया होया है। जे तां भी तू पखंड करदा, बुरे काम करदा, भैड़े काम करदा ते उन्हां तो तौबा नहीं करदा, फिर महाराज आखदे ने फिर तेरे हाथ विच फड़े हुए दीवे किस काम दे? बेशक तू आखे भी बहुत पाठ करदा वा, मुबारक है पाठ करना तेरा, पर पाठ करदियां करदियां भी तू गुनाह करने। कई सज्जन वेखे ने दुकानां ते बैठे हुंदे ने, हत्थां विच सुखमनी साहिब दे गुटके हुंदे ने, 10 दी चीज़ सैकड़ियां च बेचनी है, उस वेले विचे रुक जाणगे, इन्ने दी चीज़ है। ठगण दी बिरती, लुट्टण दी बिरती। और ये अज दी कोई गल नहीं, बाबे नानक दे वेले भी सज्जन ठग हत्थां विच पोथियां फड़ के बैठे सन, और जेड़े धनाड़ वेखदे सन जानों भी मार देंदे सन। कौडे राक्षस वर्गे नूं की कहोगे? वली कंधारी वर्गे बैठे हंकारी बन के, वड्डे वड्डे काजी, वड्डे वड्डे जोगी लोग जिहड़े ने बड़े धार्मिक ग्रंथां दे पाठ करदे सन पे, पर हालत की सी? बाबे नानक ने आख्या तुसीं उजाड़े दा बंद हो, तुसीं चारे पासे उजाड़ा फैला रहे हो। क्यों? महाराज आखदे ने भी सब कुछ ज्ञान रूपी दीवा तुहाडे कोल है, पर तां भी छाल तुसीं खूह विच मार रहे हो। तो ये गल समझण वाली है। एक सहज सुभाअ कीती गलती बख्शी जा सकती है, एक जान बुझ के कीती गई गलती बख्शण वाली नहीं हुंदी। हुण बंदे ने कर्म उहो जे कीते कि रब तो विछड़ गया, तो मिलाप किवें होवे? इक्को एक ऐसा गुरु नानक दा दर्जे जिथे लेख बंदे दे बदले भी जा सकते हैं। मैं एक दिन एक सज्जन नूं मिलिया, जैन धर्म नाल संबंध रखदा सी, तो उस सज्जन नूं सहायता करने वास्ते आख्या। मैं कहा भी तुसी भी कोई सहायता करो, लोड़वंद है। वो कह लगा नहीं नहीं मैं सहायता नहीं कर सकता। मैं क्या साडे बाबे नानक ने तो आख्या दसवंध कढ़ो, दूजियां दा भला करो, अपनी किरत कमाई लेखे विच लाओ। कहंदा नहीं मैं नहीं कढ़ सकता। मैं क्यों? कहंदा अगर मैं उनकी सहायता करांगा तो अगले जन्म दे विच फिर मैं मारा, मैं वो सहायता मंगण वाला बनांगा, उन्होंने फिर मेरी सहायता करनी पवेगी, फिर अगला जन्म फिर मैं उनकी सहायता करांगा, फिर वो मेरी सहायता। कह लगा फिर कर्म चक्कर खत्म नहीं होगा, इस करके मैं सहायता करनी नहीं। धन है बाबा नानक जिन्हें कर्म की फिलॉसफी भी कमाल दी दी कि अगर कोई बंदा सारी जिंदगी गुनाह करता रहा है, इस तो पहला भी उन्हें माड़े काम किए ने, पर अगर वो मालक के दर ते आ जावे, जो शरण आवे तिस कंठ लावे बिरध स्वामी संदा। सुभाअ बड़ा दयालु है गुरु का, गुरु अपने गल नाल ला लैंदा है। जेड़े कर्म मेटे नहीं जा सकते, बाबे नानक के दर के उत्ते आके वो भी मेटे जा सकते हैं। कर्म बदले जा सकते हैं, सुभाअ बदलिया जा सकता है, जीवन बदलिया जा सकता है। सतगुर पातशाह जी आते ने, आप एक उदाहरण लैके समझ लीए। कई बारी बच्चा फट्टी दे उत्ते, अजकल तो बंदे का इलैक्ट्रॉनिक जमाना है, अज की एजुकेशन बदल गई है, तब्दील हो गई है। हुण संसार आधुनिक चीज़ों वरतदा है,
ਪੁਰਾਣੇ ਸਮਿਆਂ ਵਿੱਚ ਫੱਟੀਆਂ ਹੁੰਦੀਆਂ ਸਨ ਲੱਕੜ ਦੀਆਂ। ਸ਼ਾਇਦ ਕੋਈ ਬਜ਼ੁਰਗ ਬੈਠੇ ਉਹਨਾਂ ਨੂੰ ਪਤਾ ਹੋਵੇ, ਸਕੂਲਾਂ ਦੇ ਵਿੱਚ ਫੱਟੀਆਂ ਲੈ ਕੇ ਜਾਂਦੇ ਸਨ, ਉੱਤੇ ਗਾਚਣੀ ਫੇਰਨੀ ਅਤੇ ਫਿਰ ਸਿਆਹੀ ਅਤੇ ਨਾਲ ਕਲਮ ਲੈ ਕੇ ਜਾਣੀ, ਉਹਦੇ ਨਾਲ ਅੱਖਰ ਲਿਖੇ ਜਾਂਦੇ ਸਨ। ਅੱਖਰ ਲਿਖਦੇ ਸਨ ਫੱਟੀ ਦੇ ਉੱਤੇ। ਜਾਂ ਉਸ ਤੋਂ ਬਾਅਦ ਜ਼ਮਾਨਾ ਆਇਆ ਅਤੇ ਹੱਥਾਂ ਦੇ ਵਿੱਚ ਸਲੇਟੀਆਂ ਹੁੰਦੀਆਂ ਸਨ, ਅਤੇ ਬੰਦਾ ਉਹ ਸਲੇਟੀ ਦੇ ਨਾਲ ਕਾਲੇ ਬਲੈਕ ਬੋਰਡ ਦੇ ਉੱਤੇ ਬੰਦਾ ਲਿਖਦਾ ਹੁੰਦਾ ਸੀ। ਕਈ ਵਾਰੀ ਬੱਚੇ ਲਿਖਦੇ ਸਨ ਪਰ ਸਹੀ ਨਹੀਂ ਸੀ ਲਿਖਿਆ ਜਾਂਦਾ, ਅਤੇ ਟੀਚਰ ਕਹਿੰਦਾ ਸੀ ਇਹਨੂੰ ਦੁਬਾਰਾ ਮਿਟਾ ਕੇ ਫਿਰ ਲਿਖ। ਅਤੇ ਬੱਚਾ ਜਦੋਂ ਫਿਰ ਦੁਬਾਰਾ ਲਿਖਦਾ ਸੀ ਅਤੇ ਬੜੀ ਸੋਹਣੀ ਸਾਵਧਾਨੀ ਨਾਲ ਸੁਚੇਤ ਹੋ ਕੇ ਲਿਖਦਾ ਸੀ, ਕਿਤੇ ਕੋਈ ਗਲਤੀ ਨਾ ਕਰ ਬੈਠਾ। ਇਸ ਵਾਰ ਜਦੋਂ ਲਿਖਦਾ ਸੀ ਅਤੇ ਫਿਰ ਟੀਚਰ ਦੀ ਪ੍ਰਸੰਨਤਾ ਦਾ ਪਾਤਰ ਬਣ ਜਾਂਦਾ ਸੀ। ਸੱਚ ਹੈ, ਸਾਡੇ ਜੀਵਨ ਵਿੱਚ ਕੀਤੇ ਹੋਏ ਮਾੜੇ ਕਰਮ ਗੁਰੂ ਜਦੋਂ ਵੇਖਦਾ ਹੈ, ਗੁਰੂ ਕਹਿੰਦਾ ਹੈ ਆ ਮੈਂ ਤੇਰੇ ਇਹਨਾਂ ਸਾਰੇ ਕੀਤੇ ਗੁਨਾਹਾਂ ਦੇ ਉੱਤੇ ਪੋਚਾ ਫੇਰ ਦੇਵਾਂ। ਬਖਸ਼ਿਸ਼ ਭਰਿਆ ਹੱਥ ਜਦੋਂ ਫੇਰਦਾ ਹੈ, ਕਿਉਂਕਿ ਗੁਰੂ ਨਾਨਕ ਦੇ ਘਰ ਵਿੱਚ ਸਿਰਫ ਕਰਮ ਦੀ ਗੱਲ ਨਹੀਂ, ਕਿਰਪਾ ਦੀ ਗੱਲ ਵੀ ਕੀਤੀ ਜਾਂਦੀ ਹੈ। ਜਦੋਂ ਉਹਦੀ ਕਿਰਪਾ ਹੁੰਦੀ ਹੈ ਤਾਂ ਉਹ ਪਿਛਲੇ ਸਾਰੇ ਔਗਣ ਗੁਨਾਹਾਂ ਦੇ ਉੱਤੇ ਹੱਥ ਫੇਰ ਦਿੰਦਾ ਹੈ। ਕਿਰਪਾ ਦੇ ਨਾਲ ਉਹਦੇ ਕੀਤੇ ਹੋਏ ਪਹਿਲੇ ਗੁਨਾਹਾਂ ਨੂੰ ਬਖਸ਼ ਦਿੰਦਾ ਹੈ, ਅਤੇ ਅੱਗੇ ਤੋਂ ਕਹਿੰਦਾ ਹੁਣ ਚੰਗੇ ਕਰਮ ਕਰ, ਚੰਗਾ ਸੁਭਾਅ ਬਣਾ। ਬਾਣੀ ਸਾਡੇ ਕਰਮਾਂ ਨੂੰ ਵੀ ਬਦਲ ਦਿੰਦੀ ਹੈ, ਕਰਮਾਂ ਨੂੰ ਤਬਦੀਲ ਕਰ ਦਿੰਦੀ ਹੈ। ਤਾਂ ਸੁਭਾਅ ਬਦਲ ਗਿਆ, ਕਰਮ ਬਦਲ ਗਏ, ਜੀਵਨ ਬਦਲ ਗਿਆ, ਬੰਦਾ ਫਿਰ ਗੁਰੂ ਦੇ ਨੇੜੇ ਹੋ ਜਾਂਦਾ ਹੈ। ਗੁਰੂ ਦੀ ਕਿਰਪਾ ਨਾਲ ਹੀ ਮਿਲਾਪ ਹੁੰਦਾ ਹੈ। ਸਾਹਿਬ ਆਦਿ ਨੇ ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮੇਲੋ ਰਾਮ। ਹੇ ਪ੍ਰਭੂ, ਆਪਣੇ ਕੀਤੇ ਹੋਏ ਕਰਮਾਂ ਤੋਂ ਤੇਰੇ ਤੋਂ ਵਿਛੜ ਗਏ ਸਾਂ, ਹੁਣ ਕਿਰਪਾ ਕਰ ਆਪਣੀ ਬਖਸ਼ਿਸ਼ ਦੇ ਨਾਲ ਚਰਨਾਂ ਦਾ ਮਿਲਾਪ ਬਖਸ਼। ਚਾਰ ਕੁੰਟ ਦੇ ਦਿਸ ਭ੍ਰਮੇ, ਥਕ ਆਏ ਪ੍ਰਭ ਕੀ ਸ਼ਾਮ। ਜਿਹੜੇ ਬੰਦੇ ਵਿਛੜ ਗਏ ਸਨ ਨਾ ਰੱਬ ਤੋਂ ਮਾੜੇ ਕੰਮ ਕਰਕੇ, ਪਹਿਲਾਂ ਉਹ ਬੜੇ ਥਾਵਾਂ 'ਤੇ ਗਏ, ਕੋਈ ਕਿਸੇ ਥਾਂ 'ਤੇ ਗਿਆ, ਕੋਈ ਕਿਸੇ ਥਾਂ 'ਤੇ ਗਿਆ, ਕਈ ਥਾਵਾਂ 'ਤੇ ਗਏ। ਗੁਰਬਾਣੀ ਵਿੱਚ ਪਾਤਸ਼ਾਹ ਜੀ ਕਹਿ ਰਹੇ ਨੇ ਚਾਰ ਕੁੰਟ ਦੈ ਦਿਸ ਭ੍ਰਮੇ। ਚਾਰ ਕੁੰਟ, ਚਾਰ ਦਿਸ਼ਾਵਾਂ, ਉਹਨਾਂ ਚਾਰ ਦਿਸ਼ਾਵਾਂ ਦੇ ਚਾਰ ਕੋਰਨਰ, ਚਾਰ ਕੋਨੇ ਜਿਹੜੇ ਨੇ, ਚਾਰ ਤੇ ਚਾਰ 8, ਇੱਕ ਧਰਤੀ ਇੱਕ ਆਕਾਸ਼, 10। 10 ਦਿਸ਼ਾਵਾਂ ਘੁੰਮ ਕੇ ਵੇਖ ਲਈਆਂ, ਹਾਰ ਕੇ ਫਿਰ ਕਹਿ ਲਗੇ ਸ਼ਰਨ ਵਿੱਚ ਆ ਗਏ ਥੱਕ ਕੇ। ਤੇ ਕੀ ਕੀਤੀ ਅਰਦਾਸ? ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੈ ਸੁਖ ਨਾਮ ਹਰ ਸੋਭਾ। ਚਿੰਤਾ ਲਾਏ ਹਮਾਰੀ, ਅਵਰ ਨ ਸੂਝੈ ਦੂਜੀ ਠਾਹਰ। ਹਾਰ ਪਰਿਓ ਤੋਂ ਦੁਆਰੀ, ਲੇਖਾ ਛੋੜ ਅਲੇਖੈ ਛੁਟੈ। ਹਮ ਨਿਰਗੁਣ ਲਿਹੋ ਉਬਾਰੀ। ਮਹਾਰਾਜ, ਜੇ ਸਾਡੇ ਲੇਖੇ ਜੋਖੇ ਕਰੇਗਾ ਤੇ ਫਿਰ ਤਾਂ ਅਸੀਂ ਬਚ ਨਹੀਂ ਸਕਦੇ। ਸਾਡੇ ਲੇਖੇ ਜੋਖੇ ਬਖਸ਼ ਦੇ, ਆਪਣੀ ਨਦਰ ਕਰ, ਸਾਨੂੰ ਨਿਰਗੁਣ ਆਰਿਆਂ ਨੂੰ ਆਪਣੇ ਚਰਨਾਂ ਨਾਲ ਜੋੜਦਾ ਹੈ। ਜਦੋਂ ਬੰਦਾ ਥੱਕ ਕੇ, ਹਾਰ ਕੇ, ਟੁੱਟ ਕੇ ਗੁਰੂ ਦੇ ਅੱਗੇ ਸਮਰਪਿਤ ਹੁੰਦਾ ਹੈ, ਗੁਰੂ ਫਿਰ ਤਰਸ ਖਾਂਦਾ ਹੈ। ਸਭ ਕਿਰਪਾ ਕਰਦੇ ਨੇ। ਥੱਕ ਆਏ ਪ੍ਰਭ ਕੀ ਸ਼ਾਮ, ਸ਼ਰਨ ਵਿੱਚ ਆ ਗਏ। ਧੇਣ ਦੁੱਧੈ ਤੇ ਬਾਹਰੀ, ਕਿਤੇ ਨਾ ਆਵੇ ਕਾਮ। ਗੁਰੂ ਨੇ ਦੱਸਿਆ ਵੀ ਜਿਵੇਂ ਗਾਂ ਦੁੱਧ ਨਾ ਦੇਵੇ ਨਾ, ਤੇ ਗਾਂ ਦੀ ਕੋਈ ਕੀਮਤ ਨਹੀਂ ਹੈ, ਵੈਲਿਊ ਨਹੀਂ ਹੈ। ਜੇ ਤੂੰ ਨਾਮ ਨਹੀਂ ਜਪਦਾ ਤੇ ਨਾਮ ਤੋਂ ਬਿਨਾਂ ਤੇਰੀ ਵੀ ਕੋਈ ਕੀਮਤ ਨਹੀਂ ਹੈ। ਤੂੰ ਭਾਵੇਂ ਜਿੰਨਾ ਮਰਜ਼ੀ ਧਨ ਇਕੱਠਾ ਕੀਤਾ ਹੋਵੇ, ਤੂੰ ਜਿੰਨਾ ਮਰਜ਼ੀ ਸੰਸਾਰ ਵਿੱਚ ਨਾਮਣਾ ਇਕੱਠਾ ਕੀਤਾ ਹੋਵੇ, ਬਹੁਤ ਕੁਛ ਪ੍ਰਾਪਤ ਕਰ ਲਿਆ ਹੋਵੇ, ਤੂੰ ਆਖੇ ਵੀ ਮੇਰੇ ਕੋਲ ਇੰਨਾ ਕੱਪੜਾ ਹੈ, ਮੇਰੇ ਕੋਲ ਇੰਨੀਆਂ ਗੱਡੀਆਂ, ਇੰਨੇ ਘਰ ਨੇ, ਇੰਨੀਆਂ ਜੁੱਤੀਆਂ ਨੇ, ਮੇਰੇ ਕੋਲ ਬਹੁਤ ਕੁਛ ਹੈ, ਪਰ ਮਹਾਰਾਜ ਜੇ ਨਾਮ ਨਹੀਂ ਤਾਂ ਕੁਛ ਵੀ ਨਹੀਂ। ਤੇਰੀ ਹਾਲਤ ਉਸ ਗਾਂ ਵਰਗੀ ਹੈ। ਜਲ ਬਿਨ ਸ਼ਾ ਕੁਮਲਾਵਤੀ, ਉਪਜੈ ਨਾਹੀ ਦਾਮ। ਮਹਾਰਾਜ ਆਦਿ ਨੇ ਵੀ ਜਿਵੇਂ ਖੇਤੀ ਪਾਣੀ ਤੋਂ ਬਿਨਾਂ ਪੈਦਾ ਨਹੀਂ ਹੁੰਦੀ ਨਾ, ਤੇ ਫਲ ਨਹੀਂ ਦਿੰਦੀ, ਇਸੇ ਤਰ੍ਹਾਂ ਨਾਮ ਤੋਂ ਬਿਨਾਂ ਜੀਵਨ ਜਿਹੜਾ ਹੈ ਨਾ ਉਹ ਕਿਸੇ ਲੇਖੇ ਵਿੱਚ ਨਹੀਂ ਆਉਂਦਾ। ਨਾਮ ਤੋਂ ਬਿਨਾਂ ਇਹ ਜੀਵਨ ਉਸ ਖੇਤੀ ਵਰਗਾ ਹੈ ਜਿਹਦੇ ਵਿੱਚ ਪਾਣੀ ਨਹੀਂ ਪਰ ਫਸਲ ਬੀਜੀ ਹੈ, ਤਾਂ ਮਹਾਰਾਜ ਨੇ ਕੋਈ ਦਾਮ ਨਹੀਂ ਮਿਲੇਗਾ, ਕੋਈ ਮੁੱਲ ਨਹੀਂ ਮਿਲੇਗਾ। ਭਾਵ ਰੱਬ ਦੇ ਦਰ 'ਤੇ ਬੰਦਾ ਪ੍ਰਵਾਨ ਨਹੀਂ ਹੋ ਸਕਦਾ। ਹਰ ਨਾਹ ਨਾ ਮਿਲੀਐ, ਸਾਜਨੈ ਕਤ ਪਾਈਐ ਬਿਸ਼ਰਾਮ। ਜੇ ਹਰੀ ਪ੍ਰਭੂ ਪਰਮਾਤਮਾ ਪਰਮੇਸ਼ਰ ਕਹਿਣ ਲੱਗੇ ਜਿੰਨਾ ਚਿਰ ਉਹਦਾ ਮਿਲਾਪ ਨਹੀਂ ਹੁੰਦਾ,
ਸੱਜਣ ਪ੍ਰਭੂ ਨਹੀਂ ਮਿਲਦਾ, ਕਹਿਣ ਲੱਗੇ ਉਹਨਾਂ ਚਿਰ ਕਿਤੇ ਬੰਦੇ ਨੂੰ ਟਿਕਾ ਨਹੀਂ ਮਿਲਦਾ, ਬੰਦਾ ਭਟਕਦਾ ਹੀ ਰਹਿੰਦਾ ਜੇ, ਦੁਖੀ ਹੋਇਆ ਰਹਿੰਦਾ, ਕਦੀ ਕਿਤੇ ਕਦੀ ਕਿਤੇ। ਆਤਮਕ ਸੁੱਖ ਤਾਂ ਉਦਣ ਮਿਲਣਾ ਜਿੱਦਣ ਸੱਜਣ ਪ੍ਰਭੂ ਮਿਲ ਗਿਆ। ਜਿਤ ਘਰ ਹਰ ਕੰਤ ਨਾ ਪ੍ਰਗਟਈ, ਭਾਠ ਨਗਰ ਸੇ ਗ੍ਰਾਮ। ਮਹਾਰਾਜਾਂ ਨੇ ਜਿਸ ਹਿਰਦੇ ਘਰ ਵਿੱਚ ਪ੍ਰਭੂ ਪਰਮੇਸ਼ਰ ਪ੍ਰਗਟ ਨਹੀਂ ਹੋਇਆ ਨਾ, ਹੈ ਤਾਂ ਪਹਿਲਾਂ ਹੀ ਹਿਰਦੇ ਵਿੱਚ, ਪਰ ਬਾਣੀ ਦੇ ਰਾਹੀਂ ਸਿਮਰਨ ਦੇ ਰਾਹੀਂ ਪ੍ਰਗਟ ਹੋ ਜਾਂਦਾ ਹੈ। ਤਾਂ ਜਿਸ ਹਿਰਦੇ ਵਿੱਚ ਪ੍ਰਗਟ ਨਹੀਂ ਹੋਇਆ, ਮਹਾਰਾਜ ਨੇ ਉਹ ਭਾਵੇਂ ਕਿਸੇ ਨਗਰ ਵਿੱਚ ਰਹਿੰਦਾ ਹੋਵੇ, ਸ਼ਹਿਰ ਵਿੱਚ ਰਹਿੰਦਾ ਹੋਵੇ, ਪਿੰਡ ਵਿੱਚ ਰਹਿੰਦਾ ਹੋਵੇ, ਉਹ ਇਸ ਤਰ੍ਹਾਂ ਨੇ ਜਿਵੇਂ ਭੱਠੀ ਦੇ ਸਮਾਨ, ਅਤੇ ਬਲਦੀ ਹੋਈ ਭੱਠੀ ਜਿਹੜੀ ਹੈ ਨਾ ਉਹ ਤਪਸ਼ ਪੈਦਾ ਕਰਦੀ ਹੈ। ਮਹਾਰਾਜ ਨੇ ਕੋਈ ਸ਼ਹਿਰਾਂ ਵਿੱਚ ਰਹਿੰਦਾ, ਕੋਈ ਨਗਰਾਂ ਵਿੱਚ, ਪਿੰਡਾਂ ਵਿੱਚ ਰਹਿੰਦਾ, ਕੋਈ ਫਰਕ ਨਹੀਂ ਪੈਂਦਾ ਜੇ ਹਿਰਦੇ ਵਿੱਚ ਰੱਬ ਦੀ ਯਾਦ ਨਹੀਂ। ਸਰਬ ਸ਼ਿੰਗਾਰ ਤੰਬੋਲ ਰਸਣ ਦੇਹੀ ਸਭ ਖਾਮ। ਸਾਰੇ ਕੀਤੇ ਸ਼ਿੰਗਾਰ ਤੇ ਖਾਧੇ ਹੋਏ ਪਾਨ ਦੇ ਤੰਬੋਲ ਰਸ ਸਣੇ ਦੇਹੀ ਮਹਾਰਾਜ ਆਦਿ ਨੇ ਇਹ ਕਿਸੇ ਵੀ ਲੇਖੇ ਵਿੱਚ ਨਹੀਂ ਹਨ, ਇਹ ਨਾਸ਼ਵੰਤ ਹਨ। ਭਾਵ ਜਿੰਨੇ ਮਰਜ਼ੀ ਕੋਈ ਮਹਿੰਗੇ ਸ਼ਿੰਗਾਰ ਕਰ ਲਵੇ, ਕੋਈ ਦੁਨੀਆ ਦੇ ਜਿੰਨੇ ਮਰਜ਼ੀ ਰਸ ਮੰਨ ਲਵੇ, ਪਰ ਉਹ ਸਾਰੇ ਕਿਸੇ ਵੀ ਅਰਥ ਨਹੀਂ। ਪ੍ਰਭ ਸੁਆਮੀ ਕੰਤ ਵੀ ਹੋਣੀਆਂ, ਮੀਤ ਸੱਜਣ ਸਭ ਜਾਮ। ਪਰਮਾਤਮਾ ਹਰੀ ਕੰਤ ਤੋਂ ਬਿਨਾਂ ਜਿੰਨੇ ਵੀ ਮਿੱਤਰ ਸੱਜਣ ਹਨ, ਉਹ ਸਾਰੇ ਕੀ ਨੇ, ਮਾਰ ਜਾਂਦੇ ਨੇ, ਜਮਾਂ ਵਾਂਗੂ ਲੱਗਦੇ ਨੇ, ਸਾਰੇ ਜਮ ਹੀ ਬਣ ਜਾਂਦੇ ਨੇ। ਭਾਵ ਇਹਨਾਂ ਵਿੱਚੋਂ ਕੋਈ ਵੀ ਫਿਰ ਪਿਆਰ ਕਰਨ ਵਾਲਾ, ਸਾਥ ਨਿਭਾਉਣ ਵਾਲਾ ਨਹੀਂ ਰਹਿੰਦਾ। ਨਾਨਕ ਕੀ ਬੇਨੰਤੀਆਂ ਕਰ ਕਿਰਪਾ ਦੀਜੈ ਨਾਮ। ਇਸ ਕਰਕੇ ਨਾਨਕ ਗੁਰੂ ਜੀ ਬੇਨਤੀ ਕਰਦੇ ਨੇ, ਅਰਦਾਸ ਕਰਦੇ ਨੇ ਕਿ ਹੇ ਪ੍ਰਭੂ ਕਿਰਪਾ ਕਰ, ਨਾਮ ਦੀ ਦਾਤ ਝੋਲੀ ਵਿੱਚ ਪਾ ਦੇ। ਹਰ ਮੇਲੋ ਸੰਗ ਸੁਆਮੀ, ਹਰ ਮੇਲੋ ਸੁਆਮੀ ਸੰਗ, ਪ੍ਰਭ ਜਿਸ ਕਾ ਨਿਚਲ ਧਾਮ। ਹੇ ਮੇਰੇ ਮਾਲਕ, ਤੂੰ ਕਿਰਪਾ ਕਰ, ਬਖਸ਼ਿਸ਼ ਕਰ, ਆਪਣੇ ਚਰਨਾਂ ਦਾ ਮੈਨੂੰ ਸੰਗ ਬਖਸ਼ ਦੇ, ਮਿਲਾਪ ਬਖਸ਼ ਦੇ, ਤਾਂ ਜੋ ਮੈਨੂੰ ਨਿਚਲ ਘਰ ਮਿਲ ਜਾਵੇ। ਨਿਚਲ ਘਰ ਜਿੱਥੇ ਆਵਾ ਗਾਉਣ ਨਹੀਂ, ਜਿੱਥੇ ਜਨਮ ਤੇ ਮਰਨ ਨਹੀਂ।